हाँ जी बेटा, ਆਪਾਂ 5th चैप्टर ਕੀਤਾ ਸੀ ਡੈਰੀਵੇਟਿਵ। ਡੈਰੀਵੇਟਿਵ ਨੂੰ ਆਪਾਂ ਕੀ ਲਿਖਦੇ ਹੁੰਦੇ ਸੀ, dy/dx। ਠੀਕ ਹੈ, ਤਾਂ ਅੱਜ ਕੀ ਕਰ ਰਹੇ ਹਾਂ ਬੇਟਾ, ਆਪਾਂ ਇੰਟੈਗਰਲਸ ਜਾਂ ਫਿਰ ਇਹਨੂੰ ਇੰਟੀਗ੍ਰੇਸ਼ਨ ਵੀ ਕਿਹਾ ਜਾਂਦਾ। ਠੀਕ ਹੈ, ਤਾਂ ਇਸ ਨੂੰ ਆਪਾਂ ਡੈਰੀਵੇਟਿਵ ਨੂੰ ਇੱਦਾਂ ਡਿਨੋਟ ਕਰਦੇ ਸੀ, ਇਸ ਨੂੰ ਕਿਸ ਸਾਈਨ ਨਾਲ ਡਿਨੋਟ ਕੀਤਾ ਜਾਂਦਾ, ਇਸ ਤਰ੍ਹਾਂ ਇੰਟੀਗ੍ਰੇਸ਼ਨ ਦੇ ਸਾਈਨ ਨਾਲ। ਠੀਕ ਹੈ, ਮੇਰਾ ਬੇਟਾ 5th ਚੈਪਟਰ ਇੱਥੇ ਦੱਸਣ ਦਾ ਕੀ ਮੋਟਿਵ ਆ, ਕਿਉਂਕਿ ਬੇਟਾ ਜਿਹੜੀ ਇੰਟੈਗਰਲਸ ਹੁੰਦੇ ਨੇ ਉਹ ਇਸ ਡੈਰੀਵੇਟਿਵ ਦੇ ਕੀ ਹੁੰਦੇ ਨੇ, ਰੈਸੀਪ੍ਰੋਕਲ ਹੁੰਦਾ ਗਾ। ਠੀਕ ਹੈ, ਰੈਸੀਪ੍ਰੋਕਲ ਮਤਲਬ ਅਗਰ ਤੁਸੀਂ ਡੈਰੀਵੇਟਿਵ ਨੂੰ dy/dx ਲਿਖਦੇ ਹੋ ਤਾਂ ਇੰਟੀਗ੍ਰੇਸ਼ਨ ਕੀ ਹੁੰਦਾ ਆਪਣੇ ਕੋਲੇ 1/dy/dx। ਠੀਕ ਹੈ, ਅਗਰ ਬੇਟਾ ਤੁਹਾਨੂੰ ਕਿਤੇ ਡੈਰੀਵੇਟਿਵ ਪਲੱਸ ਇੰਟੀਗ੍ਰੇਸ਼ਨ ਇਕੱਠੇ ਆ ਜਾਂਦੇ ਆ, ਠੀਕ ਹੈ, ਤਾਂ ਇਹ ਦੋਨੇ ਆਪਸ 'ਚ ਕੈਂਸਲ ਹੋ ਜਾਂਦੇ ਆ ਅਤੇ ਆਨਸਰ ਕੀ ਰਹਿ ਜਾਂਦਾ ਹੁੰਦਾ ਆਪਣੇ ਕੋਲੇ 1। ਠੀਕ ਹੈ, ਤਾਂ ਫਿਰ ਇੰਟੈਗਰਲਸ ਤੋਂ ਆਪਣਾ ਮੀਨਿੰਗ ਕੀ ਹੋਇਆ, ਜਿਹੜਾ ਆਪਣੇ ਕੋਲੇ ਰੈਸੀਪ੍ਰੋਕਲ ਹੋਵੇਗਾ ਇੰਟੀਗ੍ਰੇਸ਼ਨ ਦਾ, ਉਹਨੂੰ ਸੌਰੀ ਡੈਰੀਵੇਟਿਵ ਦਾ, ਉਹਨੂੰ ਕੀ ਕਹਿੰਦੇ ਆ ਆਪਾਂ, ਇੰਟੈਗਰਲਸ ਕਹਿੰਦੇ ਆ। ਠੀਕ ਹੈ, ਤਾਂ ਦੇਖੋ ਇਹਨਾਂ ਨੇ ਇੱਥੇ ਡੈਰੀਵੇਟਿਵ ਦੇ ਫਾਰਮੂਲੇ ਵੀ ਲਿਖੇ ਹੋਏ ਆ, ਜਿਵੇਂ ਆਪਾਂ ਨੂੰ ਰਿਵਾਈਜ਼ ਕਰਵਾਇਆ ਹੋਇਆ ਗਾ। ਕੀ ਹੁੰਦਾ ਆਪਣੇ ਕੋਲੇ ਸਾਈਨ ਦਾ ਡੈਰੀਵੇਟਿਵ, ਕੀ ਹੁੰਦਾ ਸੀ ਆਪਣੇ ਕੋਲੇ cos x। ਠੀਕ ਹੈ, ਇੱਥੇ ਦੇਖੋ ਇਹਨਾਂ ਨੇ ਇੰਟੀਗ੍ਰੇਸ਼ਨ ਦੇ ਨੇਮ ਵੀ ਦਿੱਤੇ ਹੋਏ ਆ ਅਲੱਗ-ਅਲੱਗ, ਇੰਟੀਗ੍ਰੇਸ਼ਨ, ਐਂਟੀ ਡੈਰੀਵੇਸ਼ਨ ਜਾਂ ਫਿਰ ਐਂਟੀ ਡੈਰੀਵੇਟਿਵ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਇਹਦਾ ਜਿਹੜਾ ਰੈਸੀਪ੍ਰੋਕਲ ਹੋਊਗਾ ਡੈਰੀਵੇਟਿਵ ਦਾ, ਉਹਨੂੰ ਕੀ ਕਹਿੰਦੇ ਆਪਾਂ, ਇੰਟੀਗ੍ਰੇਸ਼ਨ ਜਾਂ ਫਿਰ ਇੰਟੈਗਰਲਸ। ਠੀਕ ਹੈ, ਨੈਕਸਟ ਦੇਖੋ, ਜਿਵੇਂ ਬੇਟਾ ਆਹ ਫਾਰਮੂਲਾ ਦਿੱਤਾ ਹੋਇਆ ਗਾ, ਆਪਾਂ ਕੀ ਲਿਖ ਸਕਦੇ ਹੁੰਦੇ ਹਾਂ ਡੈਰੀਵੇਟਿਵ ਨੂੰ, ਦੇਖੋ ਜਿਵੇਂ ਇਹਨਾਂ ਨੇ ਡਿਨੋਟ ਕਰਕੇ ਲਿਖਿਆ ਹੋਇਆ ਗਾ fx dx। ਠੀਕ ਹੈ, ਇਹਨੂੰ ਕੀ ਲਿਖਦਾ, ਇੰਟੀਗ੍ਰੇਸ਼ਨ ਦੇ ਵਿੱਚ ਇਸ ਸਾਈਨ ਦੇ ਨਾਲ। ਠੀਕ ਹੈ, ਤਾਂ ਆਪਣੇ ਕੋਲੇ ਕੀ ਆਊਗਾ ਫਿਰ ਜੇ ਆਪਾਂ ਡੈਰੀਵੇਟਿਵ ਕਰਦੇ ਹਾਂ fx ਦਾ। ਠੀਕ ਹੈ, fx dx ਦਾ ਆਪਾਂ ਇੰਟੀਗ੍ਰੇਸ਼ਨ ਕੀਤੀ ਤਾਂ ਤੁਹਾਡੇ ਕੋਲੇ ਕੀ ਆ ਗਿਆ, fx ਪਲੱਸ c। ਹਮੇਸ਼ਾ ਬੇਟਾ ਯਾਦ ਰੱਖਿਓ, ਜਦੋਂ ਵੀ ਤੁਸੀਂ ਇੰਟੀਗ੍ਰੇਸ਼ਨ ਕਰਦੇ ਹੋ ਤਾਂ ਇੰਟੀਗ੍ਰੇਸ਼ਨ ਦੇ ਵਿੱਚ ਜਿਹੜਾ ਵੀ ਤੁਹਾਡੇ ਕੋਲੇ ਆਨਸਰ ਆਇਆ ਕਰੂਗਾ, ਉਹਦੇ 'ਚ ਇੱਕ ਕੌਨਸਟੈਂਟ ਵੇਰੀਏਬਲ ਜ਼ਰੂਰ ਐਡ ਹੁੰਦਾ ਗਾ, ਜਿਹਨੂੰ ਆਪਾਂ c ਦਾ ਨੇਮ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਿਨਾਂ ਇਹਦੇ ਫਾਰਮੂਲੇ ਹੈਗੇ ਆ, ਦੇਖੋ ਮੈਂ ਨੈਕਸਟ ਦੱਸ ਰਹੀ ਹਾਂ। ਜਿਵੇਂ ਬੇਟਾ ਦੇਖੋ ਤੁਹਾਨੂੰ ਕੁਝ ਸਟੈਂਡਰਡ ਰਿਜ਼ਲਟ ਦਿੱਤੇ ਹੋਏ ਨੇ ਆਪਾਂ ਨੂੰ। ਦੇਖੋ ਅਗਰ ਆਪਾਂ x ਦੀ ਪਾਵਰ n dx ਦੀ ਇੰਟੀਗ੍ਰੇਸ਼ਨ ਕਰ ਰਹੇ ਹਾਂ ਤਾਂ ਉਹਦੀ ਇੰਟੀਗ੍ਰੇਸ਼ਨ ਕੀ ਹੁੰਦੀ ਆ ਬੇਟਾ, x ਦੀ ਪਾਵਰ n+1 ਨੀਚੇ n+1 ਮੀਨਸ ਕਿ ਜਿਵੇਂ ਮੈਂ ਤੁਹਾਨੂੰ ਕਹਾਂ ਡੈਰੀਵੇਟਿਵ ਕਰੋ x² ਦਾ, ਸੌਰੀ ਇੰਟੀਗ੍ਰੇਸ਼ਨ ਕਰੋ x² ਦੀ। ਠੀਕ ਹੈ, ਤਾਂ ਇਹਦੀ ਇੰਟੀਗ੍ਰੇਸ਼ਨ ਕੀ ਆਊਗੀ ਬੇਟਾ, ਆਪਾਂ ਹੁਣੀ ਕੀਤਾ ਗਾ x ਦੀ ਪਾਵਰ n+1 ਮਤਲਬ x ਦੀ ਪਾਵਰ n+1 2+1 3, ਨੀਚੇ ਵੀ ਆਪਾਂ ਕੀ ਲਾਉਣਾ n+1 ਮਤਲਬ 2+1 3, ਅਤੇ ਪਲੱਸ ਆਪਾਂ ਆਪਦੇ ਕੋਲੋਂ ਕੌਨਸਟੈਂਟ ਟਰਮ ਐਡ ਕਰਨੀ ਹੀ ਕਰਨੀ ਆ, ਉਹਨੂੰ ਕੀ ਕਹਿੰਦੇ ਆ ਆਪਾਂ c। ਠੀਕ ਹੈ, ਸਿਮੀਲਰਲੀ ਬੇਟਾ ਨੈਕਸਟ ਤੁਹਾਨੂੰ ਦਿੱਤੇ ਹੋਏ ਆ, ਦੇਖੋ ਅਗਰ x ਦੀ ਪਾਵਰ 0 ਦਿੱਤੀ ਆ ਤਾਂ ਇਹਦਾ ਆਨਸਰ ਕੀ ਆ ਜਾਊਗਾ ਫਿਰ ਤੁਹਾਡੇ ਕੋਲੇ x + c। ਠੀਕ ਹੈ, ਸਿਮੀਲਰਲੀ ਤੁਹਾਨੂੰ 1/x dx ਦੀ ਇੰਟੀਗ੍ਰੇਸ਼ਨ ਕੀ ਹੁੰਦੀ ਆ, log x + c। ਨੈਕਸਟ ਵਾਲਾ ਫਾਰਮੂਲਾ ਯਾਦ ਰੱਖਣਾ ਬੇਟਾ, ਇਹਦੇ ਸਾਰੇ ਫਾਰਮੂਲੇ ਜ਼ਰੂਰ ਯਾਦ ਕਰ ਲਿਓ, ਫਿਰ ਹੀ ਤੁਹਾਨੂੰ ਇੰਟੀਗ੍ਰੇਸ਼ਨ ਸਮਝ ਆਊਗੀ। ਜਿਵੇਂ ਨੈਕਸਟ ਟਰਮ ਦੇ ਵਿੱਚ ਵੀ ਆ ਦਿੱਤੇ ਹੋਏ ਆ ਤੁਹਾਨੂੰ ਫਾਰਮੂਲੇ ਸਾਰੇ। ਠੀਕ ਹੈ, ਇਹ ਸਾਰੇ ਫਾਰਮੂਲੇ ਜੇ ਤੁਹਾਡੇ ਯਾਦ ਹੋਣਗੇ ਫਿਰ ਹੀ ਤੁਸੀਂ ਇੰਟੀਗ੍ਰੇਸ਼ਨ ਕਰ ਪਾਓਗੇ। ਠੀਕ ਹੈ, ਤਾਂ ਜਿਵੇਂ ਹੁਣ ਉਸ ਤੋਂ ਬਾਅਦ ਸਿੰਪਲ ਰਹਿ ਜਾਊਗਾ ਤੁਹਾਡੇ ਕੋਲੇ ਕੰਮ। ਦੇਖੋ ਆ ਦੇਖੋ ਇੱਥੇ ਆਪਣੇ ਕੋਲੇ ਕੀ ਹੈ, ਡੈਰੀਵੇਟਿਵ ਤੇ ਇੰਟੀਗ੍ਰੇਸ਼ਨ ਇਕੱਠੇ ਆ ਗਈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਇਹ ਦੋਨੇ ਫੰਕਸ਼ਨ ਆਪਸ ਦੇ ਵਿੱਚ ਕੈਂਸਲ ਹੋ ਜਾਂਦੇ ਆ, ਤਾਂ ਤੁਹਾਡੇ ਕੋਲੇ ਸਿੰਪਲ ਫੰਕਸ਼ਨ ਰਹਿ ਜਾਏਗਾ fx। ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ dx x dx। ਠੀਕ ਹੈ, ਸਟੇਟਮੈਂਟ ਬਣ ਗਈ ਐਜ਼ ਇਟ। ਤਾਂ ਇੱਥੇ ਕੀ ਦੇਖੋ ਆਹ ਦੋਨੋਂ ਆਪਸ 'ਚ ਕੈਂਸਲ, ਤਾਂ ਤੁਹਾਡੇ ਕੋਲੇ ਆਨਸਰ ਡਾਇਰੈਕਟ ਕੀ ਆ ਜਾਊਗਾ ਇਹਦਾ, x। ਕਲੀਅਰ। ਸਿਮੀਲਰਲੀ ਬੇਟਾ ਨੈਕਸਟ ਵਾਲੀਆਂ ਟਰਮਸ ਨੇ, ਦੇਖੋ ਅਗਰ ਤੁਹਾਨੂੰ ਦੋ ਫੰਕਸ਼ਨ ਇਕੱਠੇ ਆਉਂਦੇ ਨੇ ਸਮ ਦੇ ਵਿੱਚ ਜਿਨ੍ਹਾਂ ਦੀ ਕਿ ਆਪਾਂ ਇੰਟੀਗ੍ਰੇਸ਼ਨ ਕਰਨੀ ਆ, ਤਾਂ ਆਪਾਂ ਕੀ ਕਰ ਸਕਦੇ ਹਾਂ, ਉਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਫੰਕਸ਼ਨਸ ਦੀ ਇੰਟੀਗ੍ਰੇਸ਼ਨ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਡਾਇਰੈਕਟ ਐਗਜ਼ਾਮਪਲਸ ਆ ਗਈਆਂ ਤੁਹਾਡੇ ਕੋਲੇ। ਦੇਖੋ ਤੁਸੀਂ ਕੀ ਆ ਬੇਟਾ
ਐਂਟੀ ਡੈਰੀਵੇਟਿਵ ਕਰਨਾ। ਐਂਟੀ ਡੈਰੀਵੇਟਿਵ ਦਾ ਕੀ ਮਤਲਬ ਹੁੰਦਾ, ਆਪਣੇ ਕੋਲੇ ਆਪਾਂ ਇੰਟੀਗ੍ਰੇਸ਼ਨ ਕਰਨੀ ਆ ਕੁਐਸਚਨ ਦੀ, ਠੀਕ ਹੈ। ਕੁਐਸਚਨ ਤੁਹਾਨੂੰ ਦਿੱਤਾ ਹੋਇਆਗਾ ਤਾਂ ਆਪਾਂ ਦੇਖੋ ਹੁਣੀ ਕਰਕੇ ਆਏ ਸੀਗੇ, ਫੰਕਸ਼ਨ ਦੀ ਇੰਟੀਗ੍ਰੇਸ਼ਨ ਕਰ ਰਹੇ ਹਾਂ, ਐਂਟੀ ਡੈਰੀਵੇਟਿਵ ਕਰ ਰਹੇ ਹਾਂ, ਤਾਂ ਉਸ ਨੂੰ ਆਪਾਂ ਇਸ ਸਾਈਨ ਦੇ ਨਾਲ ਡਿਨੋਟ ਕਰਨਾ ਹੁੰਦਾ, ਠੀਕ ਹੈ। 3 ਆਪਣੇ ਕੋਲੇ ਬੇਟਾ ਕੌਨਸਟੈਂਟ ਟਰਮ ਆ ਤਾਂ ਇਹਨੂੰ ਬਾਹਰ ਕੱਢ ਕੇ ਲਿਖ ਦਿਓ। ਜਦੋਂ ਦੋ ਫੰਕਸ਼ਨ ਪਲੱਸ ਦੇ ਵਿੱਚ ਦਿੱਤੇ ਹੋਣ ਤਾਂ ਆਪਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਲਿਖ ਸਕਦੇ ਹੁੰਦੇ ਆ। ਰੂਟ ਨੂੰ ਕੀ ਲਿਖ ਸਕਦੇ ਹੋ ਤੁਸੀਂ, ਪਾਵਰ 1/2, ਫੰਕਸ਼ਨ ਦੀ ਪਾਵਰ 1/2 ਲਿਖ ਸਕਦੇ ਹੋ। ਇੱਥੇ ਦੇਖੋ, ਇੱਥੇ ਰੂਟ ਨੀਚੇ ਪਿਆ ਹੋਇਆਗਾ, ਜਦੋਂ ਇਸ ਫੰਕਸ਼ਨ ਨੂੰ ਉੱਪਰ ਲੈ ਕੇ ਜਾਓਗੇ ਤਾਂ 1/2 ਮਾਈਨਸ ਦਾ ਬਣ ਜਾਏਗਾ। ਉਦੋਂ ਬਾਅਦ ਤੁਸੀਂ ਕੁਛ ਨਹੀਂ ਕਰਨਾ ਬੇਟਾ, ਡਾਇਰੈਕਟ ਇਹਦੀ ਇੰਟੀਗ੍ਰੇਸ਼ਨ ਕਰਨੀ ਹੈ। ਇੰਟੀਗ੍ਰੇਸ਼ਨ ਕੀ ਹੁੰਦੀ ਸੀ ਆਪਣੇ ਕੋਲੇ, x ਦੀ ਪਾਵਰ n+1, ਨੀਚੇ ਵੀ n+1। ਇੱਥੇ ਕੀ ਆ ਜਾਊਗਾ, 1/2 'ਚ +1 ਕਰੋਗੇ 3/2, 3/2, ਠੀਕ ਹੈ। ਇੱਥੇ -1/2 'ਚ ਜਦੋਂ +1 ਕਰੋਗੇ ਦੇਖੋ 2 ਆ ਜਾਏਗਾ, -1 ਐਜ਼ ਇਟ ਪਲੱਸ ਦਾ 2/2, 2 ਚੋਂ 1 ਮਾਈਨਸ ਕੀਤਾ ਕੀ ਆ ਜਾਏਗਾ ਆਪਣੇ ਕੋਲੇ 1/2। ਤਾਂ ਇੱਥੇ ਪਾਵਰ ਕੀ ਰਹਿ ਗਈ ਆਪਣੇ ਕੋਲੇ x ਦੀ 1/2, ਇੱਥੇ ਵੀ 1/2। ਇੰਟੀਗ੍ਰੇਸ਼ਨ 'ਚ ਮੈਂ ਤੁਹਾਨੂੰ ਦੱਸਿਆ ਹੋਇਆਗਾ ਬੇਟਾ +c ਲਗਾਉਣਾ ਹੀ ਲਗਾਉਣਾਗਾ ਤਾਂ ਆਪਣੇ ਕੋਲੇ ਆਨਸਰ ਆ ਜਾਏਗਾ, ਠੀਕ ਹੈ। ਸਿਮੀਲਰਲੀ ਬੇਟਾ cos ਦਾ ਦਿੱਤਾ ਹੋਇਆਗਾ ਤੁਹਾਨੂੰ, ਦੇਖੋ cos ਫੰਕਸ਼ਨ ਦਿੱਤਾ ਹੋਇਆ, ਆਪਾਂ ਇਹਦੀ ਇੰਟੀਗ੍ਰੇਸ਼ਨ ਕਰਨੀ ਆ ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਸਾਈਨ ਫੰਕਸ਼ਨ ਨੂੰ ਕੀ ਲਿਖ ਸਕਦੇ ਹਾਂ, cos π/2 - x, ਠੀਕ ਹੈ, ਕਿਉਂਕਿ cos ਦੇ ਉੱਪਰ ਐਂਗਲ ਰੋਟੇਟ ਹੋ ਕੇ ਆਪਣੇ ਕੋਲੇ sin x ਹੀ ਬਣ ਜਾਂਦਾ ਹੁੰਦਾ, ਠੀਕ ਹੈ। ਇੱਥੇ ਇਨਵਰਸ ਦਿੱਤਾ ਹੋਇਆ ਹੈਗਾ, ਇੱਥੇ ਸਿੰਪਲ cos ਫੰਕਸ਼ਨ ਆ ਆਪਸ 'ਚ ਕੈਂਸਲ, ਇਹ ਵਾਲਾ ਰਹਿ ਜਾਏਗਾ ਡਾਇਰੈਕਟ ਆਪਣੇ ਕੋਲੇ। ਹਾਂ, ਤਾਂ ਜਦੋਂ ਦੇਖੋ ਬੇਟਾ ਉੱਥੇ ਮੈਂ ਤੁਹਾਨੂੰ ਦੱਸਿਆ ਸੀ x ਦੀ ਪਾਵਰ 0, ਮਤਲਬ ਤੁਹਾਡੇ ਕੋਲੇ ਕੌਨਸਟੈਂਟ ਫੰਕਸ਼ਨ ਸੀ, ਇਹਦੀ ਤੁਸੀਂ ਇੰਟੀਗ੍ਰੇਸ਼ਨ ਕਰਦੇ ਸੀ ਤਾਂ ਤੁਹਾਡੇ ਕੋਲੇ ਡਾਇਰੈਕਟ x + c ਆ ਗਿਆ ਸੀਗਾ। ਤਾਂ ਇੱਥੇ ਵੀ ਤੁਹਾਡੇ ਕੋਲੇ ਦੇਖੋ ਬੇਟਾ π/2 ਕੌਨਸਟੈਂਟ ਫੰਕਸ਼ਨ ਦਾ ਕੰਮ ਕਰ ਰਿਹਾ ਹੈਗਾ, ਤਾਂ ਜਦੋਂ ਇਹਦੀ ਇੰਟੀਗ੍ਰੇਸ਼ਨ ਕਰੋਗੇ ਤਾਂ ਨਾਲ x ਐਡ ਹੋ ਜਾਏਗਾ ਆਪਦੇ ਕੋਲੋਂ, ਠੀਕ ਹੈ। x ਦਾ ਕਰੋਗੇ ਸਿੰਪਲ ਦਾ ਕੀ ਆ ਜਾਊਗਾ ਫਿਰ, x ਦੀ ਪਾਵਰ 1 ਦਾ 1 + 1 ਮਤਲਬ 2/2, ਮਾਈਨਸ ਦੀ ਤਾਂ ਆਪਾਂ ਮਾਈਨਸ ਐਜ਼ ਇਟ ਲਗਾ ਦਾਂਗੇ ਫੰਕਸ਼ਨ ਦੇ ਵਿੱਚ। ਡੈਰੀਵੇਟਿਵ ਦੇ ਵਿੱਚ ਆਪਾਂ ਇੰਟੀਗ੍ਰੇਸ਼ਨ ਦੇ ਵਿੱਚ ਕੌਨਸਟੈਂਟ ਫੰਕਸ਼ਨ ਆਪਾਂ ਐਡ ਕਰਨਾ ਹੀ ਹੁੰਦਾਗਾ ਤਾਂ ਆਪਾਂ ਕੀ ਕਰ ਦਾਂਗੇ +c। ਸਿਮੀਲਰਲੀ ਬੇਟਾ ਦੂਸਰੀਆਂ ਐਗਜ਼ਾਮਪਲਸ ਤੁਸੀਂ ਟਰਾਈ ਕਰਕੇ ਦੇਖ ਲਿਓ, ਜਿਹੜੀ ਵੀ ਐਗਜ਼ਾਮਪਲ ਜਿੱਥੋਂ ਵੀ ਨਾ ਸਮਝ ਆਈ ਤਾਂ ਮੈਨੂੰ ਦੁਬਾਰਾ ਪੁੱਛ ਲਿਓ, ਠੀਕ ਹੈ।